ਜ਼ਿਕਰ ਕੀਤਾ। ਬਾਬਾ ਬਿਧੀ ਚੰਦ ਪੁੱਛਦੇ ਨੇ ਕਿ ਸੱਚੇ ਪਾਤਸ਼ਾਹ ਜੀ, ਆਪ ਜਗਤ ਨੂੰ ਤਾਰਨਹਾਰ ਸਤਿਗੁਰੂ ਹੋ, ਕਿ ਆਪਣੇ ਪੁੱਤਰ ਮੋਹ ਦੇ ਵਿੱਚ ਇਸ ਬਾਲਕ ਨੂੰ ਨਮਸਕਾਰ ਕੀਤੀ ਹੈ? ਮਹਾਰਾਜ ਕਹਿੰਦੇ ਨਹੀਂ ਬਿਧੀ ਚੰਦ, ਇਹ ਇੱਕ ਬਹੁਤ ਹੀ ਹੋਣਹਾਰ ਬਾਲਕ ਹੈ। ਇਹ ਰੁੜਦੇ ਜਾਂਦੇ ਧਰਮ ਦੀ ਰੱਖਿਆ ਕਰੇਗਾ, ਧਰਮ ਦਾ ਪਰਦਾ ਢਕੇਗਾ, ਬੜਾ ਸਬਰ ਵਾਲਾ ਹੋਵੇਗਾ। ਬੜੇ ਵਰ ਦਿੱਤੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਵੀ ਕੀਤੀ ਕਿ ਸਤਿਗੁਰੂ ਜੀ, ਇਸ ਬਾਲਕ ਨੂੰ ਆਪਣੇ ਅਕੀਦੇ ਦੇ ਵਿੱਚ ਬਲ ਬਖਸ਼ਿਓ, ਜਿੱਥੇ ਪੈਰ ਰੱਖਣ ਉੱਥੇ ਡਟ ਜਾਣ ਦਾ ਬਲ ਬਖਸ਼ਿਓ, ਸ਼ਕਤੀ ਬਖਸ਼ਿਓ। ਇਹ ਅਰਦਾਸ ਵੀ ਕੀਤੀ ਤੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਨਿਉ ਕੇ ਬਾਲਕ ਤੇਗ ਬਹਾਦਰ ਨੂੰ ਦੇਖਣ ਲੱਗੇ ਨਾ, ਤੇ ਜਿਵੇਂ ਬੱਚਿਆਂ ਦੀ ਆਦਤ ਹੁੰਦੀ ਹੈ, ਦੋਵੇਂ ਛੋਟੇ ਛੋਟੇ ਹੱਥ ਮਹਾਰਾਜ ਦੀਆਂ ਸ੍ਰੀ ਸਾਹਿਬਾਂ ਤੇ ਰੱਖ ਦੇਣਾ ਤੇ ਹੱਥ ਫੜ ਕੇ ਛਡਾ ਤੇ ਸਤਿਗੁਰੂ ਜੀ ਮੁਸਕਰਾ ਪਏ। ਕਹਿੰਦੇ ਲਓ ਭਾਈ, ਇਹਨੇ ਤੇ ਨਾਮ ਵੀ ਆਪਣਾ ਆਪੇ ਹੀ ਰੱਖ ਲਿਆ। ਦੋਵੇਂ ਹੀ ਛੋਟੇ ਛੋਟੇ ਹੱਥ ਤੇ ਦੋਵੇਂ ਹੀ ਤੇਗਾਂ ਤੇ ਰੱਖਦੇ, ਇਹਦਾ ਨਾਮ ਤੇਗ ਬਹਾਦਰ ਹੋ ਗਿਆ। ਤਿਆਗ ਦੀਆਂ ਬਹੁਤ ਵੱਡੀਆਂ ਸਾਖੀਆਂ ਨੇ, ਜਿਹਦੇ ਕਰਕੇ ਗੁਰੂ ਸਾਹਿਬ ਦਾ ਨਾਮ ਤਿਆਗਮੱਲ ਵੀ ਪਿਆ। ਬੜੀਆਂ ਸਾਖੀਆਂ ਨੇ, ਉਸ ਪਾਸੇ ਮੈਂ ਨਹੀਂ ਜਾਣਾ ਚਾਹੁੰਦਾ। ਛੋਟੀ ਜਿਹੀ ਸਾਖੀ ਇੱਕ ਸੁਣਾ ਕੇ, ਜਦੋਂ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ ਨਾ, ਤੇ ਉਦੋਂ ਮਹਾਰਾਜ ਦੀ ਉਮਰ 2 ਸਾਲ ਦੀ ਸੀ, 2-2.5 ਸਾਲ ਦੀ ਉਮਰ ਸੀ। ਤੇ ਮਾਤਾ ਨਾਨਕੀ ਜੀ ਨੇ ਬੜੇ ਸੋਹਣੇ ਬਸਤਰ ਕਲਗੀ ਲਾਈ, ਬੜੇ ਸੋਹਣੇ ਬਸਤਰ ਸਜਾਏ। ਤੇ ਇੱਕ ਗੁਰੂ ਸਾਹਿਬ ਦਾ ਹੀ ਦੋਸਤ ਸੀ, ਪੰਡਤਾਂ ਦਾ ਮੁੰਡਾ ਹੈਗਾ, ਗਰੀਬ ਸੀ। ਤੇ ਮਹਾਰਾਜ ਉਹਨੂੰ ਪੁੱਛਦੇ ਆ ਵੀ ਤੂੰ ਬਰਾਤ ਨਹੀਂ ਜਾਣਾ? ਉਹ ਕਹਿੰਦਾ ਜਾਣਾ ਤਾਂ ਮੇਰਾ ਵੀ ਜੀ ਕਰਦਾ ਹੈ, ਪਰ ਮੇਰੇ ਕੋਲ ਤੇ ਬਸਤਰ ਹੀ ਹੈ ਨਹੀਂ। ਮਹਾਰਾਜ ਨੇ ਜਰੀ ਦੇ ਸੋਨੇ ਦੇ ਬਸਤਰ ਲਾ ਕੇ ਦਿੱਤੇ, ਲੈ ਵੀ ਤੂੰ ਆ ਪਾ। ਆਪਣੀ ਸਾਰੀ ਪੁਸ਼ਾਕ ਦੇ ਦਿੱਤੀ ਤੇ ਆਪ ਵਾਪਸ ਮੁੜੇ ਘਰ ਨੂੰ। ਮਾਤਾ ਨਾਨਕੀ ਜੀ ਵੇਖਦੇ ਨੇ ਵੀ ਇੰਨੇ ਸੋਹਣੇ ਬਸਤਰ ਸੀ, ਕਿੱਥੇ ਗਏ? ਤੇ ਕਹਿੰਦੇ ਇੱਕ ਨੰਗ ਢੰਗਾ ਹੀ ਬਾਲਕ ਸੀ, ਉਹ ਵੀ ਬਰਾਤ ਜਾਣਾ ਚਾਹੁੰਦਾ ਸੀ, ਉਹਦੇ ਕੋਲ ਬਸਤਰ ਹੈ ਨਹੀਂ ਸੀ, ਤੇ ਮੈਂ ਉਹਨੂੰ ਬਸਤਰ ਦੇ ਦਿੱਤੇ। ਸਤਿਗੁਰੂ ਪਾਤਸ਼ਾਹ ਜੀ ਕਿਸੇ ਦੁੱਖ ਨਹੀਂ ਸੀ ਦੇਖ ਸਕਦੇ। ਮਾਤਾ ਨੇ ਫਿਰ ਬਸਤਰ ਸਵਾਏ ਤੇ ਨਾਲੇ ਸ਼ਿਕਾਇਤ ਕੀਤੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਿ ਇਹ ਬੜਾ ਮਸਤਾਨਾ, ਦੇਖੋ ਇੰਨੀ ਸੋਹਣੀ ਪੁਸ਼ਾਕ ਇਹਨੂੰ ਸਵਾ ਕੇ ਦਿੱਤੀ, ਇਹ ਪਤਾ ਨਹੀਂ ਲਾ ਕੇ ਕਿਹੜੇ ਬੱਚੇ ਨੂੰ ਦੇ ਆਇਆ। ਤੇ ਮੇਰੀ ਪੀਰ ਦੇ ਮਾਲਕ ਸਤਿਗੁਰੂ ਕਹਿੰਦੇ ਨਾਨਕੀ, ਅੱਜ ਤੂੰ ਇਹਨਾਂ ਬਸਤਰਾਂ ਦੀ ਗੱਲ ਕਰਦੇ, ਅੱਜ ਇੱਕ ਬੱਚੇ ਦਾ ਤਨ ਢਕਿਆ ਇਹਨੇ, ਤੂੰ ਵੇਖੀ ਕਿ ਰੁੜਦੀ ਹਿੰਦ ਦਾ ਤਨ ਢਕੇਗਾ। ਇਹ ਵਰ ਦਿੱਤੇ ਸਤਿਗੁਰੂ ਪਾਤਸ਼ਾਹ ਜੀ ਨੇ। ਇਹੋ ਜਿਹੀਆਂ ਹੋਰ ਬੜੀਆਂ ਸਾਖੀਆਂ ਨੇ ਜਿਹਦੇ ਕਰਕੇ ਗੁਰੂ ਸਾਹਿਬ ਨੂੰ ਤਿਆਗਮੱਲ ਵੀ ਕਹਿੰਦੇ ਸੀ। ਪਰ ਸਾਧ ਸੰਗਤ ਜੀ, ਅਸਲ ਵਿੱਚ ਇਤਿਹਾਸਿਕ ਤੱਥ ਇਹ ਹੈ ਕਿ ਸਤਿਗੁਰੂ ਨੇ ਪਹਿਲੇ ਹੀ ਦਿਨ ਜਦੋਂ ਬਾਲਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਰਸ਼ਨ ਦਿੱਤੇ ਨਾ, ਉਸ ਦਿਨ ਹੀ ਨਾਮ ਤੇਗ ਬਹਾਦਰ ਰੱਖਿਆ ਸੀ। ਰੋ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਦਾ ਜੀਵਨ, ਪਾਲਣ ਪੋਸ਼ਣ, ਮਾਤਾ ਨਾਨਕੀ ਜੀ ਨੇ ਬੱਚਿਆਂ ਨੂੰ ਤਿਆਰ ਕਰਨਾ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹੀ ਤੋਂ ਸੰਗਤ ਵਿੱਚ ਇੱਕ ਭੈ ਬਣਿਆ ਸੀ, ਡਰ ਬਣਿਆ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ ਨਾ, ਤੇ ਸਮਝਿਆ ਜਾਂਦਾ ਸੀ ਕਿ ਫਕੀਰਾਂ ਨੂੰ ਜਦੋਂ ਮਰਜ਼ੀ ਫੜ ਕੇ ਕੋਈ ਕਤਲ ਕਰ ਦੇਵੇ। ਜਿਹੜੇ ਬਾਦਸ਼ਾਹ ਹੁੰਦੇ ਆ, ਉਹਨਾਂ ਕੋਲ ਤਖਤ ਹੁੰਦੇ ਆ, ਉਹਨਾਂ ਕੋਲ ਫੌਜ ਹੁੰਦੀ ਹੈ, ਉਹਨਾਂ ਦੇ ਕਲਗੀਆਂ ਲੱਗੀਆਂ ਹੁੰਦੀਆਂ, ਉਹਨਾਂ ਦੇ ਨਗਾਰੇ ਵੱਜਦੇ ਨੇ। ਮਹਾਰਾਜ ਨੇ ਇਹ ਭੈ ਦੂਰ ਕਰਨ ਵਾਸਤੇ, ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਸਤਿਗੁਰੂ ਨੇ ਤਖਤ ਰਚਿਆ। ਤਖਤ 12 ਫੁੱਟ ਉੱਚਾ, ਆਮ ਤਖਤ 10 ਫੁੱਟ ਹੁੰਦਾ। ਮਹਾਰਾਜ ਨੇ 12 ਫੁੱਟ ਉੱਚਾ ਤਖਤ ਰਚਿਆ, ਫੌਜਾਂ ਰੱਖੀਆਂ, ਘੋੜੇ ਰੱਖੇ, ਨਗਾਰੇ ਰੱਖੇ, ਤੇ ਜ਼ੁਲਮ ਦੇ ਵਿਰੁੱਧ ਯੁੱਧ ਵੀ ਲੜੇ।
ਸਾਹਿਬਜ਼ਾਦੇ ਸੀ ਨਾ, ਉਹਨਾਂ ਨੂੰ ਵੀ ਛੋਟਿਆਂ ਹੁੰਦਿਆਂ ਤੋਂ ਹੀ ਸ਼ਸਤਰ ਸਜਾਏ ਜਾਂਦੇ, ਕਲਗੀਆਂ ਸਜਾਈਆਂ ਜਾਂਦੀਆਂ, ਤਿਆਰ ਕੀਤਾ ਜਾਂਦਾ। ਮਾਤਾ ਨਾਨਕੀ ਜੀ ਤਿਆਰ ਕਰਦੇ ਤੇ ਹਰਿਮੰਦਰ ਸਾਹਿਬ ਜਾਂਦੇ, ਮੱਥਾ ਟੇਕਦੇ, ਕੀਰਤਨ ਸੁਣਦੇ, ਅਰਦਾਸ ਹੁੰਦੀ, ਦੇਗ ਲੈਂਦੇ, ਤੇ ਫਿਰ ਸਤਿਗੁਰੂ ਪਾਤਸ਼ਾਹ ਦੇ ਪਾਸ ਅਕਾਲ ਤਖਤ ਸਾਹਿਬ ਤੇ ਚਲੇ ਜਾਂਦੇ, ਸਤਿਗੁਰੂ ਦੀ ਸੰਗਤ ਕਰਦੇ, ਬਚਨ ਸੁਣਦੇ, ਮਹਾਰਾਜ ਤੋਂ ਆਸ਼ੀਰਵਾਦ ਲੈਂਦੇ, ਫਿਰ ਘਰੇ ਜਾਂਦੇ। ਤੇ ਫਿਰ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਿਸ਼ੇਸ਼ ਤੌਰ ਤੇ ਸਾਰੇ ਸਾਹਿਬਜ਼ਾਦਿਆਂ ਨੂੰ ਪੜ੍ਹਾਉਂਦੇ, ਵਿਦਿਆ ਪੜ੍ਹਾਉਂਦੇ, ਨਾਲ ਸ਼ਾਸਤਰ ਵਿਦਿਆ ਭਾਈ ਬਿਧੀ ਚੰਦ ਦੀ ਡਿਊਟੀ ਲੱਗੀ। ਉਹ ਸ਼ਾਸਤਰ ਵਿਦਿਆ ਘੋੜ ਸਵਾਰੀ ਦੇ ਵਿੱਚ ਨਿਪੁੰਨ ਕਰਦਾ। ਸਤਿਗੁਰੂ ਵੈਸੇ ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਛੋਟੇ ਹੁੰਦਿਆਂ ਮੀਰ ਪੀਰ ਦੇ ਮਾਲਕ ਨੂੰ ਸ਼ਾਸਤਰ ਵਿਦਿਆ ਤੇ ਘੋੜ ਸਵਾਰੀ ਵਾਲੇ ਪਾਸੇ ਤੋਰ ਦਿੱਤਾ ਸੀ। ਆਉਣ ਵਾਲਾ ਸਮਾਂ ਦੀਨਾ ਸੀ ਕਿਹੋ ਜਿਹਾ ਆਏਗਾ। ਰਹੁ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਪਰਵਿਸ਼ ਹੋਣ ਲੱਗੇ। ਸਤਿਗੁਰੂ ਜੀ ਨੇ ਬਹੁਤ ਜਲਦੀ ਅਰਬੀ, ਫਾਰਸੀ, ਸੰਸਕ੍ਰਿਤੀ ਇਹ ਭਾਸ਼ਾ ਸਿੱਖੀਆਂ ਮਹਾਰਾਜ। ਇਹਨਾਂ ਭਾਸ਼ਾ ਦੇ ਵਿੱਚ ਨਿਪੁੰਨ ਹੋਏ। ਘੋੜ ਸਵਾਰੀ, ਸ਼ਾਸਤਰ ਵਿਦਿਆ ਬਹੁਤ ਜਲਦੀ ਸਿੱਖਦੇ। ਸਾਧ ਸੰਗਤ ਜੀ, ਹਲੇ 7 ਸਾਲ ਦੀ ਉਮਰ ਜਦੋਂ ਹੋਈ ਨਾ, ਤੇ ਮਹਾਰਾਜ ਦੇ ਕੋਮਲ ਦਿਲ ਤੇ ਇੱਕ ਸੱਟ ਵੱਜੀ। ਉਹ ਕੀ ਸੀ ਕਿ ਵੱਡੇ ਭਾਈ ਬਾਬਾ ਅਟਲ ਰਾਏ ਜੀ, ਉਹਦਾ ਨਾਮ ਹੀ ਅਟਲ ਰਾਏ ਤਾਂ ਸੀ, ਜਦੋਂ ਉਹਨੇ ਛੋਟਾ ਸੀ ਪੰਗੂੜੇ ਦੇ ਵਿੱਚ ਬੈਠ ਕੇ ਸਮਾਧੀ ਲਾ ਲੈਂਦੇ, ਅਟਲ ਸਮਾਧੀ ਲੱਗਦੀ। ਤੇ ਗੁਰੂ ਸਾਹਿਬ ਨੇ ਉਹਦਾ ਨਾਮ ਹੀ ਅਟਲ ਰਾਏ ਤਾਂ ਰੱਖਿਆ ਸੀ, ਇਹਦੀ ਸਮਾਧੀ ਅਟਲ ਹੈ। ਤੇ ਉਹ ਛੋਟੇ ਹੁੰਦੇ ਹੀ ਬਹੁਤ ਸਾਰੇ ਘਰ ਵਿੱਚ ਵਿਚਰਦਿਆਂ ਹੀ ਬਚਨ ਪੂਰੇ ਹੋ ਜਾਂਦੇ, ਸਹਿਜ ਸੁਭਾਅ ਕੋਈ ਬਚਨ ਕਰਦੇ ਪੂਰਾ ਹੋ ਜਾਂਦਾ। ਤੇ ਫਿਰ ਇਤਿਹਾਸਕ ਜ਼ਿਕਰ ਆਉਂਦਾ ਹੈ ਕਿ ਇੱਕ ਦਿਨ ਰੋਜ਼ ਹੀ ਸਾਰੇ ਸਾਹਿਬਜ਼ਾਦੇ ਖੇਡਦੇ ਸਮੇਂ ਸ਼ਾਮ ਨੂੰ ਖੇਡਣ ਵੀ ਜਾਇਆ ਕਰਦੇ, ਵਿਦਿਆ ਦੇ ਸਮੇਂ ਵਿਦਿਆ ਸਿੱਖਦੇ, ਅੰਮ੍ਰਿਤ ਵੇਲੇ ਬਾਣੀ ਪੜ੍ਹਦੇ, ਬਾਣੀ ਸਿੱਖਦੇ। ਸਾਧ ਸੰਗਤ ਜਦੋਂ ਬਾਬਾ ਅਟਲ ਰਾਏ ਜੀ ਸਾਥੀਆਂ ਸਮੇਤ ਖੁੱਦੋ ਖਿੰਡੀ ਖੇਡਣ ਵਾਸਤੇ ਮੈਦਾਨ ਵਿੱਚ ਚਲੇ ਜਾਇਆ ਕਰ। ਇੱਕ ਦਿਨ ਸ਼ਾਮਾਂ ਪੈ ਗਈਆਂ ਤੇ ਖੇਡ ਖਤਮ ਨਹੀਂ ਸੀ, ਮੁੱਕਦੀ ਨਹੀਂ ਸੀ, ਖੇਡ ਵਿੱਚ ਰਹਿ ਗਈ। ਹਨੇਰਾ ਹੋਣ ਤੋਂ ਪਹਿਲਾਂ ਖੇਡ ਬੰਦ ਕਰ ਦਿੱਤੀ ਗਈ। ਪਰ ਭਾਈ ਮੋਹਨ ਦੇ ਸਿਰ ਤੇ ਦਾਅ ਰਹਿ ਗਈ, ਜਿਹੜਾ ਖੱਤਰੀ ਗੁਰਮੁਖ ਦਾ ਪੁੱਤਰ ਸੀ ਮੋਹਨ। ਲੈ ਵੀ ਮੋਹਨ, ਤੂੰ ਹੁਣ ਕੱਲ ਨੂੰ ਸਾਡੀ ਦਾਈ ਦੇਣੀ ਜੇ, ਪੱਕੀ ਕਰਕੇ ਜਾ ਸਾਡੇ ਨਾਲ। ਕਹਿੰਦਾ ਜੀ ਠੀਕ ਹੈ, ਮੈਂ ਕੱਲ ਨੂੰ ਆ ਕੇ ਤੁਹਾਨੂੰ ਜਿਵੇਂ ਤੁਸੀਂ ਅੱਜ ਖੇਡਦੇ ਆਈ ਕੱਲ ਖੇਡਾਂਗੇ। ਬੱਚਿਆਂ ਦੇ ਸਮੇਤ ਬਾਬਾ ਅਟਲ ਰਾਏ ਜੀ ਅਗਲੇ ਦਿਨ ਵੀ ਖੇਡਣ ਚਲੇ ਗਏ। ਡੀਕਨ ਲੱਗੇ, ਮੋਹਨ ਨਹੀਂ ਆਇਆ। ਕੁਦਰਤੀ ਖੇਡ ਰਾਤ ਨੂੰ ਐਸੀ ਵਰਤੀ ਕਿ ਭਾਈ ਮੋਹਨ ਦੇ ਸੱਪ ਲੜ ਗਿਆ, ਉਹ ਸਵਰਗਵਾਸ ਹੋ ਗਿਆ। ਘਰ ਦੇ ਵਿੱਚ ਸੋਗ ਪੈ ਗਿਆ ਤੇ ਇੱਕ ਮੰਜੇ ਤੇ ਚਿੱਟੀ ਚਾਦਰ ਲਪੇਟ ਕੇ ਮੋਹਨ ਨੂੰ ਉਲਟਾ ਦਿੱਤਾ ਗਿਆ। ਤੇ ਜਦੋਂ ਖਿਡਾਰੀ ਪੂਰੇ ਨਾ ਹੋਏ, ਕਹਿੰਦੇ ਬਈ ਮੋਹਨ ਕਿੱਥੇ ਆ? ਕਹਿੰਦੇ ਉਹ ਨਹੀਂ ਆਇਆ। ਕਹਿੰਦੇ ਚਲੋ ਲੈ ਕੇ ਆਈਏ। 9 ਸਾਲ ਦੀ ਉਮਰ ਬਾਬਾ ਅਟਲ ਰਾਏ ਦੀ, ਤੇ ਮੋਢੇ ਤੇ ਖੂੰਡੀ ਰੱਖ ਲਈ। ਆਓ ਕਹਿੰਦੇ ਮੇਰੇ ਨਾਲ ਮੋਹਨ ਨੂੰ ਲਿਆਈਏ। ਵਿਹੜੇ 'ਚ ਵੜ ਗਏ ਤੇ ਵਿਹੜੇ 'ਚ ਸੋਗ ਪਿਆ। ਦੇਖਿਆ ਕਿ ਗੁਰੂ ਕਾ ਸਾਹਿਬਜ਼ਾਦਾ ਆਇਆ, ਸਾਰੇ ਚੁੱਪ ਕਰ ਗਏ, ਰੋਣਾ ਧੋਣਾ ਵੀ ਬੰਦ ਕਰਤਾ। ਮਾਂ ਨੂੰ ਪੁੱਛਿਆ, ਮਾਂ ਮੋਹਨ ਕਿੱਥੇ ਆ? ਤੇ ਜਿੱਥੇ ਚਾਦਰ 'ਚ ਲਪੇਟਿਆ ਪਿਆ ਸੀ ਉਹਦੇ ਹੱਥ ਕਰ ਦਿੱਤਾ ਕਿ ਆਓ ਪਿਆ ਮੋਹਨ। ਬੇਪਰਵਾਹ, ਕੋਈ ਕਰਾਮਾਤ ਵਿਖਾਉਣ ਵਾਸਤੇ ਨਹੀਂ, ਮਨ ਵਿੱਚ ਸੀ ਕਿ ਕੱਲ ਸਾਡੇ ਖੇਡ ਦੇ ਵਿੱਚ ਜਿਹੜਾ ਪਾਸਾ ਰਹਿੰਦਾ ਸੀ ਉਹਨੂੰ ਪੂਰਾ ਕਰੇ ਹੋਣ। ਤੇ ਮਹਾਰਾਜ ਉੱਚੀ ਆਵਾਜ਼ 'ਚ, ਵਾਹਿਗੁਰੂ ਬਾਬਾ ਅਟਲ ਰਾਏ ਉੱਚੀ ਆਵਾਜ਼ 'ਚ ਕਹਿੰਦੇ, ਮੋਹਨ ਹੁਣ ਐਵੇਂ ਘੇਸਲ ਵੱਟ ਕੇ ਪਿਆ, ਤੇਰੇ ਸਿਰ ਤੇ ਦਾਈ ਆ ਤੇ ਤੂੰ ਸਾਡੀ ਮਿੱਤ ਪੂਰੀ ਕਰ। ਤੇ ਮੋਢੇ ਤੋਂ ਖੂੰਡੀ ਲਾ ਕੇ ਚਾਦਰ ਦੇ ਉੱਪਰ ਹੀ ਮੋਹਨ ਦੇ ਗਲ ਵਿੱਚ ਪਾ ਕੇ ਖਿੱਚੀ ਵੀ ਉੱਠਦਾ। ਤੇ ਮੋਹਨ 9 ਪਰ 9 ਉੱਠ ਖੜਿਆ, ਜਿਉਂਦਾ ਹੋ ਗਿਆ।
खेल खेली गई, सारे चर्चा हो गई शहर दे विच भी अज गुरु के साहिबजादे ने अपने एक साथी बालक नूं मरे हुए नूं जिउंदा कर दिता। साध संगत जी, जो आप अकाल पुरख की जोत है ਉਹਦੇ ਘਰੇ ਇੰਨੀਆਂ ਵੱਡੀਆਂ ਵਡਿਆਈਆਂ ਦਾ ਹੋਣਾ ਕੋਈ ਅਤਕਥਨੀ नहीं। ਅੱਜ ਦੇ ਕਈ ਲਿਖਾਰੀ ਸ਼ੰਕਾ ਕਰਦੇ ਧੰਨ ਕਲਗੀਧਰ ਮਹਾਰਾਜ ਨੇ ਜਦੋਂ ਪੰਜਾਂ ਪਿਆਰੇ ਦੀ ਚੋਣ ਕੀਤੀ, ਪੰਜਾਂ ਪਿਆਰਿਆਂ ਦੇ ਸਿਰ ਕਿਵੇਂ ਵੱਢ ਦਿੱਤੇ, ਜਿਉਂਦੇ ਕਿਵੇਂ ਕਰ ਦਿੱਤੇ, ਇਹ ਤੇ ਐਵੇਂ ਚੁੰਚ ਗਿਆਨ ਦੀਆਂ ਗੱਲਾਂ ਭਾਈ। ਗੁਰੂ ਘਰ ਦੇ ਵਿੱਚ ਕੋਈ ਕਮੀ ਨਹੀਂ, ਬੇਅੰਤ ਪਹਿਲਾਂ ਵੀ ਸਾਖੀਆਂ ਹੈਗੀਆਂ। ਸਰੋਹ ਵਿਚਾਰ ਸ਼ਾਮ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੇ ਦਿਨ ਰੂਟੀਨ ਦੇ ਨਾਲ ਜਿਵੇਂ ਰੋਜ਼ ਹੀ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਨੇ, ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਗਏ। ਮਹਾਰਾਜ ਕੋਲੇ ਖਬਰਾਂ ਸਾਰੀਆਂ ਪਹੁੰਚ ਗਈਆਂ ਤੇ ਸਤਿਗੁਰੂ ਪੁੱਛਦੇ ਨੇ ਵੀ ਪੁੱਤਰਾ ਕੱਲ ਕੀ ਗੱਲ ਹੋਈ? ਤੇ ਬਿਲਕੁਲ ਭੋਲ ਅਵਸਥਾ 'ਚ ਹੱਥ ਜੋੜੇ, ਪਿਤਾ ਜੀ ਕੋਈ ਵਗਿਆ ਹੋ ਗਈ। ਕਹਿੰਦੇ ਪੁੱਤਰਾ ਦੁਨੀਆ ਤੇ ਰੋਜ਼ ਮਰਨੀ ਆ, ਰੋਜ਼ ਜੰਮਣੀ ਆ, ਆਪਾਂ ਰੱਬ ਦੇ ਸ਼ਰੀਕ ਬਣਾਂਗੇ। ਤੂੰ ਕੱਲ ਮੋਹਨ ਨੂੰ ਜਿਉਂਦਾ ਕੀਤਾ ਹੈ। ਤੇ ਇੱਥੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਕਰੜੇ ਬਚਨ ਵੀ ਲਿਖੇ। ਮਹਾਰਾਜ ਨੇ ਕਿਹਾ ਕਿ ਹੁਣ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈਣੀ। ਹੁਣ ਜੇ ਤੂੰ ਇਹ ਜਗਤ ਵਿੱਚ ਰਹਿ ਤੇ ਜਾਂ ਅਸੀਂ ਰਹਿੰਦੇ। एक मिनट वास्ते साध संगत सोचियो कि अपने पुत्र लिए महाराज ने इन्ने कड़े शब्द क्यों वरते? बड़ा वड्डा कारण है। सतगुरु सच्चे पातशाह जी ने थां थां ते वरते। सतवें पातशाह जी ने अपने साहिबजादे वास्ते वरते। राम राय नूं कहा जिधर मूँह चले जा, पर वड्डियां सिक्ख्यावां नहीं बन रहे। सतगुरु पातशाह जी ने इस वास्ते कहा है कोई भी गुरु घर का साहिबजादा कल नूं करामातां विखाउण लग जाएगा, अपनी गद्दी ला के बह जाएगा। कोई वड्डा लीडर होवेगा, वो वड्डे लीडर का पुत्र होने के नाते ही दुनिया नूं अपना रोब दिखाएगा। महाराज ने प्रथा बंद करनी सी। ये नहीं सी महाराज नूं कोई अपने पुत्र नाल कोई द्वैत सी, नहीं, एक रस्ता साफ करना सिੱਖੀ ਦਾ बहुत वड्डा उपदेश देना सी। बाबा टलरा ने हाथ जोड़े, पिता जी गलती हो गई, मैं गलती सुधारांगा। पर मन में फैसला कर लिया कि गुरु साहब ने जो ये वचन कहे हैं, ये दीन दुनिया के मालक पता नहीं कितनी लुकाई का भला करना है, मैं इन्हां दे बराबर की हाँ। महाराज ने अपने बराबर कहा भी जब तू रहेगा जब मैं रहांगा, कितने हो ही नहीं सकता। हरमंदर साहब तो थोड़ी दूर ही उदों बहुत दरख्त घड़े दरख्त होया करते सन। सतगुरु पातशाह जी के साहिबजादे बाबा टल राय जी जिथे गुरुद्वारा बाबा टल बनया, ये जगह ते दरख्त सी, इत्थे चादर लैके पै गए ते अपने सवास त्याग दिया। साध संगत जी कर सकता कोई मर्जी ना भी अपनी चादर लैके पै जाए तो पूरा हो जाए? ये भी गुरु की कृपा। साध संगत जी उस वेले धन गुरु तेग बहादुर साहब सच्चे पातशाह जी की उम्र 7 साल की सी। महाराज के मन के उपर गहरा असर होया। माता नानकी दे भी होया। मेरा पुत्र करने वाला सी, जो बचन कहता सी पूरा हो जाता सी। एक दिन मां की ममता होंदी है, सतगुरु के पास जाके कहा स्वामी मालक जी मेरे पुत्र तो वग्या हो गई। आप जी ने बड़े करने बचन कह अजमत का मालक सी, अजमत नूं समझदा सी टल रहा है। आ मेरा पुत्र तेग बहादुर ते भोला है। धन गुरु मीरी पीरी दे मालक कहते नानकी जी अजमत दिखाउणी नहीं, करामात दिखाउण वास्ते तमाशा करने वास्ते नहीं हुंदी। तू याद रखी ये तेरा पुत्र तेग बहादुर करामात दिखाएगा नहीं, पर दुनिया दी करामातां नूं फेल कर देगा। एक ऐसा साका करेगा
ਜਿੱਥੇ ਕਰਾਮਾਤ ਦਿਖਾਏਗਾ ਨਹੀਂ, ਪਰ ਕਰਾਮਾਤਾਂ ਤੋਂ ਘੱਟ ਨਹੀਂ ਹੋਵੇਗਾ, ਕਰਾਮਾਤਾਂ ਥੱਲੇ ਰਹਿ ਜਾਣਗੇ। ਮਾਤਾ ਨਾਨਕੀ ਨੂੰ ਆਸ ਬਣੀ, ਮਨ ਵਿੱਚ ਭਰੋਸਾ ਹੋਇਆ ਤੇ ਫਿਰ ਹੱਥ ਜੋੜੇ, ਸਤਿਗੁਰੂ ਜੀ ਕਿ ਮੈਂ ਸਮਝਾਂ ਕਿ ਇਹ ਮੇਰਾ ਪੁੱਤਰ ਛੋਟਾ ਹੈ, ਉਮਰ ਵਿੱਚ ਸਭ ਤੋਂ ਛੋਟਾ ਹੈ। ਮੈਂ ਸਮਝ ਲਵਾਂ ਕਿ ਧੰਨ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਇੱਕ ਦਿਨ ਇਹ ਮਾਲਕ ਬਣੇਗਾ। ਸਤਿਗੁਰੂ ਨੇ ਸਹਿਜ ਸੁਭਾਏ ਬਚਨ ਕਹੇ, ਨਾਨਕ ਜੀ ਜਿਹੜਾ ਵੀ ਘਾਲਣਾ ਘਾਲਦਾ ਹੈ, ਜਿਹੜਾ ਵੀ ਨਾਮ ਸਿਮਰਨ ਵਿੱਚ ਪ੍ਰਵੀਨ ਹੁੰਦਾ ਹੈ, ਸਤਿਗੁਰੂ ਨਾਲ ਜੁੜ ਜਾਂਦਾ ਹੈ, ਇਹ ਗੁਰੂ ਘਰ ਉਹਦੇ ਉੱਤੇ ਬਖਸ਼ਿਸ਼ਕਾਰੀ ਦਿੰਦਾ ਹੈ। ਇਸ ਵਾਸਤੇ ਸਮਾਂ ਆਏਗਾ ਜਿਵੇਂ ਜਿਵੇਂ ਵੀ ਇਹਦੀ ਘਾਲਣਾ ਹੋਏਗੀ ਉਹਨੂੰ ਭਾਗ ਲੱਗਣ। ਸਾਧ ਸੰਗਤ ਸਮਾਂ ਬੀਤਿਆ, ਸਤਿਗੁਰੂ ਪਾਤਸ਼ਾਹੀ ਦਾ ਜਿਵੇਂ ਜਿਵੇਂ ਸਮਾਂ ਬੀਤਿਆ, ਦੇਖੋ ਕਿੰਨੇ ਤਰਖਾਂ ਦੇ ਵਿੱਚੋਂ ਗੁਰੂ ਸਾਹਿਬ ਨਿਕਲੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰੂ ਦੇ ਨਾਲ ਰਹਿਣਾ। ਚੌਥੀ ਲੜਾਈ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘਮਸਾਨ ਦਾ ਯੁੱਧ ਵੀ ਲੜਿਆ, ਉਦੋਂ 14 ਸਾਲ ਦੀ ਉਮਰ ਸੀ ਮਹਾਰਾਜ। ਜਦੋਂ ਕਰਤਾਰਪੁਰ ਦਾ ਯੁੱਧ ਹੋਇਆ ਨਾ, ਤੇ ਪੈਂਡੇ ਖਾਨ ਨਮਕ ਹਰਾਮੀ ਬਣ ਗਿਆ, ਕਾਲੇ ਖਾਨ ਨਾਲ ਆਇਆ, ਸਾਧ ਸੰਗਤ ਵੱਡੀਆਂ ਫੌਜਾਂ ਚੜ੍ਹ ਕੇ ਆਈਆਂ। ਉਹ ਯੁੱਧ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਘਮਸਾਨ ਦਾ ਯੁੱਧ ਲੜਿਆ ਤੇ ਵੱਡੇ ਵੱਡੇ ਯੋਧਿਆਂ ਨੇ ਕਿਹਾ, ਮੇਰੀ ਪੀਰੀ ਦੇ ਮਾਲਕ ਨੇ ਜੋ ਨਾਮ ਰੱਖਿਆ ਨਾ ਤੇਗ ਬਹਾਦਰ, ਵਾਕਈ ਤੇਗ ਬਹਾਦਰ, ਤੇਗ ਦਾ ਧਣੀ ਹੈ। ਸਮਾਂ ਬੀਤਿਆ। ਸਾਧ ਸੰਗਤ ਜੀ, ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ, ਵੱਡਾ ਸੀਗਾ ਧੀਰਮਲ, ਉਹ ਰਖਾਲੂ ਸੀ, ਕਿਉਂਕਿ ਪਰਖਾਂ ਦੇ ਵਿੱਚ ਪੂਰੇ ਉਤਰਨੇ ਚਾਹੀਦੇ ਸੀ। ਮਹਾਰਾਜ ਨੇ ਇਹ ਸਾਰੀਆਂ ਜਿਹੜੀਆਂ ਵਿਉਂਤਾਂ, ਜਿਹੜੀਆਂ ਘਾਟਾਂ ਘੜੀਆਂ, ਜਿਹੜੇ ਕੌਤਕ ਦਿਖਾਏ, ਸਾਨੂੰ ਵੱਡੀਆਂ ਸਿੱਖਿਆਵਾਂ ਦਿੱਤੀਆਂ। ਤੂੰ ਉਦੋਂ ਛੋਟੇ ਸੀ ਹਾਰ ਰਾਏ ਸਾਹਿਬ, ਬਾਬਾ ਗੁਰਦਿੱਤਾ ਜੀ ਦੇ ਦੂਸਰੇ ਪੁੱਤਰ। ਸਾਧ ਸੰਗਤ ਜੀ, ਉਹਨਾਂ ਦਾ ਗੁਰੂ ਸਾਹਿਬ ਦੇ ਉੱਪਰ ਅਟਲ ਵਿਸ਼ਵਾਸ, ਭਰੋਸਾ। ਸਤ ਬਚਨੀਏ, ਕੋਈ ਬਚਨ ਕਰਨਾ, ਤਤ ਛਿਣ ਉਹਨਾਂ ਨੇ ਹਾਜ਼ਰ ਰਹਿਣਾ। ਛੇਵੇਂ ਪਾਤਸ਼ਾਹ ਬੜੇ ਦਿਆਲੂ, ਬੜੇ ਕਿਰਪਾਲੂ, ਬੜੇ ਖੁਸ਼ ਪ੍ਰਸੰਨ ਹੋਏ ਉੱਤੇ। ਤੇ ਜਦੋਂ ਕੀਰਤਪੁਰ ਸ਼ਹਿਰ ਵਸਾਇਆ ਨਾ, ਕਸਬਾ ਵਸਾਇਆ, ਇਹਦੀ ਵਸੋਂ ਵਾਸਤੇ ਵੀ ਬਾਬਾ ਗੁਰਦਿੱਤਾ ਜੀ ਦੀ ਡਿਊਟੀ ਲੱਗੀ ਸੀ। ਇਤਿਹਾਸ ਲਿਖਦਾ ਹੈ ਕਿ ਬਾਬਾ ਗੁਰਦਿੱਤਾ ਜੀ ਦਾ ਚੇਨ ਚੱਕਰ, ਉਹਨਾਂ ਦਾ ਸਰੂਪ, ਉਹਨਾਂ ਦਾ ਚਿਹਰਾ, ਚਿਹਰੇ ਦੀ ਬਣਤਰ ਧੰਨ ਗੁਰੂ ਨਾਨਕ ਸਾਹਿਬ ਨਾਲ ਮਿਲਦੀ ਸੀ। ਇਸ ਵਾਸਤੇ ਬਾਬਾ ਸ੍ਰੀ ਚੰਦ ਜੀ ਮੰਗ ਕੇ ਲੈ ਗਏ ਸੀ ਧੰਨ ਗੁਰੂ ਛੇਵੇਂ ਪਾਤਸ਼ਾਹ ਜੀ ਤੋਂ। ਸੋ ਕੀਰਤਪੁਰ ਸਾਹਿਬ ਦੇ ਵਿੱਚ ਵਿਚਰਦਿਆਂ ਹੋਇਆ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਨਾਲ ਹੈ, ਬਾਬਾ ਸੂਰਜਮਲ ਵੀ ਨਾਲ ਹੈ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਖੁਸ਼ੀਆਂ ਦੇ ਵਿੱਚ ਆ ਕੇ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਨੂੰ ਸਤਵੇਂ ਥਾਂ ਤੇ ਜੋੜ ਕਰ ਲਈ ਕਿ ਸਾਡੇ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਗੁਰੂ ਹਰਿਰਾਏ ਸਾਹਿਬ ਹੋਣਗੇ। ਤੇ ਸਾਰਾ ਪ੍ਰਬੰਧ ਕਰਕੇ ਸਤਿਗੁਰੂ ਜੀ ਨੇ ਉੱਥੇ ਗੁਰਤਾ ਗੱਦੀ ਦੀ ਰਸਮ ਕੀਤੀ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਨਾਲ ਸੀ, ਮਾਤਾ ਨਾਨਕੀ ਜੀ ਵੀ ਨਾਲ ਸੀ। ਤੇ ਬਾਬਾ ਬੁੱਢਾ ਜੀ ਦੀ ਕੋਲ ਵਿੱਚੋਂ ਭਾਈ ਭਾਨਾ ਜੀ, ਉਹਨੂੰ ਕਹਿ ਕੇ ਤਿਲਕ ਦੀ ਰਸਮ ਕੀਤੀ ਤੇ ਗੁਰਤਾ ਗੱਦੀ ਦਿੱਤੀ। ਤੇ ਮਹਾਰਾਜ ਨੇ ਤੋਂ ਹੁਕਮ ਕੀਤਾ ਨਾ, ਸਤਿਗੁਰੂ ਨੇ ਆਪ ਵੀ ਨਮਸਕਾਰ ਕੀਤੀ, ਇਹ ਮਰਜ਼ਾਦਾ ਸੀ। ਤੇ ਸਭ ਨੂੰ ਕਿਹਾ, ਭਾਈ ਅੱਜ ਤੋਂ ਬਾਅਦ ਜਿਹੜਾ ਇਹਨਾਂ ਤੇ ਭਰੋਸਾ ਕਰੇਗਾ, ਇਹਨਾਂ ਦੇ ਹੁਕਮ ਵਿੱਚ ਚੱਲੇਗਾ, ਉਹ ਸੁਖ ਪਾਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਭਤੀਜੇ ਲੱਗਦੇ ਸੀ, ਉਹਨਾਂ ਨੇ ਉੱਠ ਕੇ ਨਮਸਕਾਰ ਕੀਤੇ। ਮਾਤਾ ਜੀ ਨੇ ਕੀਤੀ, ਸਾਰੇ ਪਰਿਵਾਰ ਨੇ ਗੁਰੂ ਸਾਹਿਬ ਦਾ ਹੁਕਮ ਮੰਨੇ। ਸਤਿਗੁਰੂ ਪਾਤਸ਼ਾਹ ਜੀ ਉਸ ਤੋਂ ਬਾਅਦ ਆਪ ਦੇ ਬਾਬੇ ਬਕਾਲੇ ਆ ਗਏ। ਬਾਬੇ ਬਕਾਲੇ ਆ ਕੇ ਬੜਾ ਸਮਾਂ ਇੱਥੇ ਉਹਨਾਂ ਨੇ ਜਾਪ ਕੀਤਾ, ਸਿਮਰਨ ਕੀਤਾ, ਪਰਮਾਤਮਾ ਪ੍ਰਭੂ ਦੀ ਭਗਤੀ ਕੀਤੀ, ਬੜਾ ਚਿਰ ਕੀਤੀ। ਉਹਨਾਂ ਤੋਂ ਬਾਅਦ ਸਾਧ ਸੰਗਤ ਇਤਿਹਾਸ ਲੰਬਾ ਹੈ,
ਜਦੋਂ ਗੁਰੂ ਹਰਿਰਾਏ ਸਾਹਿਬ ਦੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਰਾਮ ਰਾਏ ਜੀ ਸੀ। ਰਾਮ ਰਾਏ ਦੀ 15 ਸਾਲ ਦੀ ਉਮਰ ਸੀ ਜਦੋਂ ਔਰੰਗਜ਼ੇਬ ਨੇ, ਕਿਉਂਕਿ ਘਰ ਦੇ ਵਿੱਚ ਹੀ ਬੜਾ ਵੱਡਾ ਵਿਰੋਧ ਸੀ, ਇਹ ਵੀ ਸਾਨੂੰ ਇੱਕ ਸਿੱਖਿਆ ਸੀ ਕਿ ਭਾਈ ਜੇ ਸਕੇ ਭੈਣ ਭਰਾ ਆਪਣੇ ਕਬੀਲਾ ਵਿਰੁੱਧ ਵੀ ਹੋ ਜਾਵੇ ਨਾ ਤੇ ਸਿੱਖੀ ਨਹੀਂ ਤਿਆਗਣੀ, ਗੁਰੂ ਸਾਹਿਬ ਤੋਂ ਬੇਮੁਖ ਨਹੀਂ ਹੋਣਾ, ਮਹਾਰਾਜ ਨਾਲ ਜੁੜੇ ਰਹਿਣਾ ਹੈ। ਇਹ ਸਾਨੂੰ ਇੱਕ ਵੱਡੀ ਸਿੱਖਿਆ ਸੀ ਮਹਾਰਾਜ ਦੀ। ਸੋ ਪਿਰਥੀ ਚੰਦ ਵਰਗਿਆਂ ਦੀ ਮਿਹਰਬਾਨ ਵਰਗਿਆਂ ਦੀ ਚੱਕੜਾਂ ਦੇ ਉੱਪਰ ਔਰੰਗਜ਼ੇਬ ਨੇ 7ਵੇਂ ਪਾਤਸ਼ਾਹ ਨੂੰ ਦਿੱਲੀ ਸੱਦਿਆ। 7ਵੇਂ ਪਾਤਸ਼ਾਹ ਜੀ ਨੇ ਸਾਰਿਆਂ ਦੀ ਇੱਕ ਮੀਟਿੰਗ ਬੁਲਾਈ, ਜਿਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੀ ਅੰਸ਼-ਬੰਸ, ਗੁਰੂ ਅੰਗਦ ਸਾਹਿਬ ਦੀ ਅੰਸ਼-ਬੰਸ, ਗੁਰੂ ਅਮਰਦਾਸ ਮਹਾਰਾਜ ਦੀ ਅੰਸ਼-ਬੰਸ, ਸਾਰੇ ਸੱਦੇ ਸਿਆਣੇ ਸਿਆਣੇ। ਪੁੱਛਿਆ ਵੀ ਕੀ ਹੋਣਾ ਚਾਹੀਦਾ, ਤੇ ਜਦੋਂ ਬਾਬਾ ਰਾਮ ਰਾਏ ਨੂੰ ਪੁੱਛਿਆ ਵੀ ਤੂੰ ਦੱਸ, ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਜੇ ਸੱਦਿਆ ਔਰੰਗਜ਼ੇਬ ਨੂੰ ਜਾਣਾ ਚਾਹੀਦਾ। ਕਹਿੰਦੇ ਬੜਾ ਜ਼ਾਲਮ ਹੈ, ਬੜੇ ਜ਼ੁਲਮ ਕਰਦਾ, ਆਪਾਂ ਉਹਦੀਆਂ ਰੋਜ਼ ਕਹਾਣੀਆਂ ਸੁਣਦੇ ਆ, ਉਹਦੇ ਜ਼ੁਲਮ ਦੀ ਕੋਈ ਘਟਨਾ ਛੁਪੀ ਹੋਈ ਥੋੜੋ ਹੈ। ਉਹ ਕਹਿੰਦਾ ਕੋਈ ਗੱਲ ਨਹੀਂ, ਗੁਰੂ ਨਾਨਕ ਦਾ ਦਰ ਥੋੜੋ ਡਰਨ ਵਾਲਾ ਹੈ, ਆਪਾਂ ਨੂੰ ਜਾਣਾ ਚਾਹੀਦਾ। ਫਿਰ ਸਿਆਣੇ ਨੇ ਕਿਹਾ ਵੀ ਤੂੰ ਚਲੇ ਜਾ। ਉਹ ਕਹਿੰਦਾ ਮੈਂ ਚਲੇ ਜਾਣਾ ਹੈ, ਪਰ ਪਿਤਾ ਗੁਰੂ ਹਰਿਰਾਏ ਸਾਹਿਬ ਮੇਰੇ ਸਿਰ ਤੇ ਹੱਥ ਰੱਖਣ, ਮੈਨੂੰ ਥਾਪੜਾ ਦੇਣ, ਮੈਨੂੰ ਸ਼ਕਤੀਆਂ ਦੇਣ, ਕਿਉਂਕਿ ਉੱਥੇ ਗੱਲ ਵਿਚਾਰਾਂ ਦੀ ਨਹੀਂ, ਉੱਥੇ ਗੱਲ ਹੈ ਸ਼ਕਤੀ ਦੀ। ਉਹਦੇ ਕੋਲੇ ਰਾਜ ਸ਼ਕਤੀ ਤੇ ਸਾਡੇ ਕੋਲੇ ਰੱਬੀ ਸ਼ਕਤੀ। ਉਹ ਸ਼ਕਤੀ ਤੋਂ ਬਿਨਾਂ ਗੱਲ ਨਹੀਂ ਚੱਲਣੀ। ਤੇ ਫਿਰ ਇਤਿਹਾਸ ਕਹਿੰਦਾ ਗੁਰੂ ਹਰਿਰਾਏ ਸਾਹਿਬ ਨੇ ਕਿਹਾ, ਪੁੱਤਰਾ ਇੱਕ ਗੱਲ ਦਾ ਯਾਦ ਰੱਖੀ, ਧੰਨ ਗੁਰੂ ਨਾਨਕ ਦੇ ਘਰ ਦੇ ਉੱਪਰ ਰੱਖੀ ਭਰੋਸਾ, ਗੁਰਬਾਣੀ ਦੇ ਉੱਪਰ ਨਿਸ਼ਚਾ ਰੱਖੀ, ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਤੇਰੀ ਰਸਨਾ ਤੇ ਵਸਣਗੇ, ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ। ਜਾ ਤੂੰ ਚਲੇ ਜਾ। ਚਲੇ ਗਿਆ, ਬਹੁਤ ਸਾਰੀਆਂ ਸ਼ਕਤੀਆਂ ਵਿਖਾਈਆਂ, ਪਰ ਉਹਨਾਂ ਸ਼ਕਤੀਆਂ ਦੇ ਵਿੱਚ ਉਲਝ ਕੇ ਰਹਿ ਗਿਆ। ਤੇ ਜਦੋਂ ਔਰੰਗਜ਼ੇਬ ਨੂੰ ਇਹ ਕਿਹਾ ਗਿਆ ਕਿ ਗੁਰੂ ਨਾਨਕ ਸਾਹਿਬ ਤੇ ਮੁਸਲਮਾਨੀ ਮਤ ਦੇ ਵਿਰੁੱਧ ਸੀ, ਉਹਨੇ ਤਾਂ ਲਿਖਿਆ ਹੈ ਮਿੱਟੀ ਮੁਸਲਮਾਨ ਕੀ ਪੀੜਾ ਪੀ ਘੁਮਿਆਰ, ਪੁੱਛੋ ਰਾਮ ਰਾਏ। ਜਦੋਂ ਪੁੱਛਿਆ ਤੇ ਥੋੜਾ ਜਿਹਾ ਫਿਸਲ ਗਿਆ, ਕਹਿੰਦਾ ਨਹੀਂ ਇਹ ਲਿਖਣ ਵਾਲੇ ਤੋਂ ਗਲਤੀ ਹੋ ਗਈ ਹੋਣੀ ਹੈ, ਮਿੱਟੀ ਬੇਈਮਾਨ ਦੀ ਕਿਹਾ। ਸੁਨੇਹਾ ਸੰਗਤਾਂ ਦਾ ਗੁਰੂ ਸਾਹਿਬ ਕੋਲ ਆ ਗਿਆ। ਇਹਦੇ ਵਿੱਚ ਵੀ ਬਹੁਤ ਵੱਡੀ ਸਿੱਖਿਆ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ, ਹਾਲਾਂਕਿ ਬੜਾ ਲਾਇਕ ਪੁੱਤਰ ਸੀ, ਪਰ ਜਦੋਂ ਗੁਰੂ ਦੇ ਵਿਰੁੱਧ, ਗੁਰਬਾਣੀ ਦੇ ਵਿਰੁੱਧ ਹੋਇਆ, ਜ਼ੁਬਾਨੀ ਕਲਾਮੀ ਇੱਕ ਅੱਖਰ ਬਦਲ ਦਿੱਤਾ। ਮਾਰੇ ਕਹਿੰਦੇ ਤੇਰੇ 'ਚ ਇਹ ਸ਼ਕਤੀ ਕਿੱਥੋਂ ਆਈ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੀ ਬਾਣੀ ਤੂੰ ਬਦਲ ਦੇਵੇਂ? ਜਾ ਜਿੱਧਰ ਮੂੰਹ ਚਲੇ ਜਾਏ, ਤੂੰ ਹੁਣ ਸਾਡੇ ਮੱਥੇ ਨਾਲ ਲੱਗੀ, ਤੇਰਾ ਸਾਡੇ ਨਾਲ ਕੋਈ ਵਾਹ ਵਾਸਤਾ ਨਹੀਂ। ਤੂੰ ਕਹਿ ਸਕਦਾ ਸੀ? ਸਾਨੂੰ ਸਿੱਖਿਆ ਸੀ ਇਹ ਕਿ ਬਹੁਤੇ ਬੁੱਧੀ ਦੇ ਮਾਲਕ ਬਣ ਕੇ ਕਲਮਾ ਨਾ ਚੱਕ ਲਿਓ ਵੀ ਇੱਥੇ ਬਿੰਦੀ ਲੱਗਣੀ ਹੈ, ਇੱਥੇ ਹੋੜਾ ਲੱਗਣਾ ਹੈ, ਵੀ ਗੁਰੂ ਅਰਜਨ ਸਾਹਿਬ ਤੋਂ, ਭਾਈ ਗੁਰਦਾਸ ਜੀ ਤੋਂ ਭੁਲੇਖਾ ਹੀ ਲੱਗ ਗਿਆ ਹੋਣਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਮਦਮਾ ਸਾਹਿਬ ਸਾਰੀ ਬੀੜ ਆਪ ਲਿਖਾਈ, ਉਹਨਾਂ ਨੂੰ ਕੋਈ ਭੁਲੇਖਾ ਲੱਗ ਗਿਆ ਹੋਣਾ, ਆਪਾਂ ਸਿਆਣੇ ਬਣ ਕੇ ਬਹਿ ਜਾਂਦੇ ਹਾਂ। ਇਹ ਸਿੱਖਿਆ ਦਿੱਤੀ ਸੀ 7ਵੇਂ ਪਾਤਸ਼ਾਹ ਜੀ ਨੇ, ਉਹ ਵਿਚਾਰ। ਫਿਰ 8ਵੇਂ ਪਾਤਸ਼ਾਹ ਜਦੋਂ ਸਮਾਂ ਆਇਆ, ਹਲੇ 33 ਸਾਲ ਤੇ ਕੁਝ ਮਹੀਨੇ ਦੀ ਉਮਰ ਸੀ ਮਹਾਰਾਜ ਦੀ, 7ਵੇਂ ਪਾਤਸ਼ਾਹ ਜੀ ਦੀ। ਪਰ ਕੀਰਤਪੁਰ ਸਾਹਿਬ ਦੇ ਵਿੱਚ ਫਿਰ ਕਿਹਾ ਕਿ ਜਿਹੜਾ ਵੱਡਾ ਪੁੱਤਰ ਹੈ ਉਹ ਗੁਰਬਾਣੀ ਦੇ ਉਲਟ ਹੋ ਗਿਆ ਹੈ, ਤੇ ਭਾਵੇਂ ਉਮਰ ਹਲੇ ਛੋਟੀ ਹੈ, ਛੋਟੇ ਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਮਹਾਰਾਜ ਨੇ ਗੁਰਤਾ ਗੱਦੀ ਦੇ ਦਿੱਤੀ। ਤਾਂ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਮਾਤਾ ਨਾਨਕੀ ਜੀ ਨੇ, ਬਾਬਾ ਸੂਰਜਮਲ ਜੀ ਨੇ ਵਿਰੋਧ ਨਹੀਂ ਕੀਤਾ। ਬਾਲਕ ਉਮਰ ਦੇ ਵਿੱਚ ਵੀ ਉਹਨਾਂ ਨੂੰ ਮੱਥਾ ਟੇਕਿਆ, ਉਹਨਾਂ ਦਾ ਵਚਨ ਮੰਨਿਆ, ਤੇ ਫਿਰ ਆ ਭਗਤੀ ਵਿੱਚ ਰਹੇ। ਤੇ ਜਦੋਂ ਉਸੇ ਔਰੰਗਜ਼ੇਬ ਨੇ ਫਿਰ 8ਵੇਂ ਪਾਤਸ਼ਾਹ ਨੂੰ ਸੱਦਿਆ, ਤੇ ਫਿਰ ਰਾਜਾ ਜੈ ਸਿੰਘ ਦੇ ਕਹਿਣ ਤੇ ਮਹਾਰਾਜ ਦਿੱਲੀ ਤੇ ਚਲੇ ਗਏ। ਪਰ ਰਾਜੇ ਜੈ ਸਿੰਘ ਨੂੰ ਕਹਿ ਦਿੱਤਾ ਕਿ ਅਸੀਂ ਇਹਦੇ ਮੱਥੇ ਨਹੀਂ ਲੱਗਣਾ, ਬੜਾ ਜ਼ਾਲਮ ਬੰਦਾ ਹੈ।
ਤੇ ਉਹਨੇ ਕਿਹਾ ਤੁਸੀਂ ਫਿਕਰ ਨਾ ਕਰੋ, ਮੈਂ ਬੈਠਾ ਇੱਥੇ। ਇਹ ਬੰਗਲਾ ਸੀ ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਹੈ, ਰਾਜਾ ਜੈ ਸਿੰਘ ਦਾ ਘਰ ਸੀ। ਸਾਧ ਸੰਗਤ ਇੱਥੇ ਗੁਰੂ ਸਾਹਿਬ ਠਹਿਰੇ। ਬੜੇ ਸਨੇਹ ਭੇਜੇ ਔਰੰਗਜ਼ੇਬ ਨੇ, ਮਹਾਰਾਜ ਕਹਿੰਦੇ ਨਹੀਂ ਮਿਲਣਾ ਇਹਨੂੰ। ਤੇ ਫਿਰ ਉਹਨੂੰ ਪਤਾ ਵੀ ਗੁਰੂ ਘਰ ਅਜਮਤਾਂ ਦਾ ਘਰ ਹੈ। ਇਹਨਾਂ ਦੇ ਵੱਡੇ ਨੇ ਆ ਕੇ, ਵੱਡੇ ਭਰਾ ਨੇ ਸਾਨੂੰ ਇੰਨੀਆਂ ਅਜਮਤਾਂ ਦਿਖਾਈਆਂ ਤੇ ਇਹ ਤੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹੈ। ਇਸ ਵਾਸਤੇ ਆਪ ਚੱਲ ਕੇ ਆ ਗਿਆ ਤੇ ਬਾਬਾ ਦਰਗਾਈਏ ਨੂੰ ਕਿਹਾ ਦਰਵਾਜ਼ੇ ਬੰਦ ਕਰ ਦੇ, ਇਹਦੇ ਮੱਥੇ ਨਹੀਂ ਲੱਗਣਾ। ਸਾਧ ਸੰਗਤ ਜਿਹਦੇ ਦਰ ਤੇ ਜਾ ਜਾ ਕੇ ਖਲੋਂਦਾ ਸੀ ਨਾ ਰਾਮ ਰਾਏ, ਅੱਜ ਉਹ ਔਰੰਗਜ਼ੇਬ ਬਾਦਸ਼ਾਹ 8 ਸਾਲ ਦੀ ਉਮਰ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਤੇ ਆ ਕੇ ਖੜਾ ਵੀ ਮੈਨੂੰ ਦਰਸ਼ਨ ਦੇ ਦੇ। ਮਹਾਰਾਜ ਕਹਿੰਦੇ ਨਹੀਂ, ਤੈਨੂੰ ਦਰਸ਼ਨ ਨਹੀਂ ਦੇਣੇ। ਸਾਧ ਸੰਗਤ ਜੀ ਬਹੁਤ ਚੀਜ਼ਕ ਫੈਲ ਗਈ, ਬਿਮਾਰੀ ਫੈਲ ਗਈ। ਮਹਾਰਾਜ ਨੇ ਦੁਨੀਆ ਦਾ ਆਧਾਰ ਕੀਤਾ ਤੇ ਕਿਹਾ, ਗੁਰੂ ਕੇ ਸਿੱਖਾਂ ਨੇ ਕਹਿ ਦਿੱਤਾ ਜਿਹੜਾ ਵੀ ਚਰਨਾਮਤ ਲਏਗਾ ਉਹ ਰਾਜੀ ਹੋ ਜਾਏਗਾ। ਸਾਧ ਸੰਗਤ ਭੀੜਾਂ ਇੰਨੀਆਂ ਵੱਧ ਗਈਆਂ, ਗੁਰੂ ਕੇ ਸਿੱਖਾਂ ਨੇ ਚਮੱਚਾ ਬਣਾਇਆ। ਅੱਜ ਵੀ ਬੰਗਲਾ ਸਾਹਿਬ ਜਾਓ ਨਾ ਤੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਚਮੱਚੇ ਚੋਂ ਪਾਣੀ ਪਿਲਾਇਆ ਜਾਂਦਾ, ਹੁਣ ਵੀ ਅੰਮ੍ਰਿਤ ਛਕਾਇਆ ਜਾਂਦਾ। ਉਹ ਦੁੱਖ ਦੂਰ ਹੁੰਦੇ ਨੇ ਹੁਣ ਵੀ। ਸਾਧ ਸੰਗਤ ਉਹਦੇ ਵਿੱਚ ਚਰਨਾਮਤ ਲੈ ਕੇ ਗੁਰੂ ਸਾਹਿਬ ਦਾ ਚਮੱਚੇ 'ਚ ਪਾਇਆ ਗਿਆ, ਲੱਖਾਂ ਲੋਕ ਰਾਜੀ ਹੋਏ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਵਚਨ ਭਗਾਉਣ ਵਾਸਤੇ ਕਿ ਇਸ ਪਾਪੀ ਦੇ ਮੱਥੇ ਨਹੀਂ ਲੱਗਣਾ ਤੇ ਬਾਬਾ ਦਰਗਾਈਆ ਨੂੰ ਸੱਦ ਕੇ ਸਾਧ ਸੰਗਤ ਜੀ ਗੁਰਤਾ ਗੱਦੀ ਦਾ ਸਾਰਾ ਸਮਾਨ ਦੇ ਕੇ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਬਾਬਾ ਬਕਾਲੇ ਹੈ, ਬਾਬਾ ਵਸੇ ਵਿੱਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਹੁਕਮ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਪ ਜੋਤੀ ਜੋਤ ਸੰਭਾਲੇ। ਤੇ ਹੁਣ ਇਹ ਸੰਗਤਾਂ ਦਿੱਲੀ ਤੋਂ ਚੱਲ ਕੇ ਕੀਰਤਪੁਰ ਸਾਹਿਬ ਹੁੰਦੇ ਹੋਏ ਬਾਬਾ ਬਕਾਲਾ ਪਹੁੰਚੇ। ਬਾਬਾ ਬਕਾਲਾ ਦੇ ਵਿੱਚ ਪਹੁੰਚੇ ਜਦੋਂ ਮਾਤਾ ਨਾਨਕੀ ਜੀ ਨੂੰ ਸਾਰਾ ਇਹ ਇਤਿਹਾਸ ਦੱਸਿਆ, ਮਾਤਾ ਜੀ ਨੇ ਫਿਰ ਵੀ ਬਹੁਤ ਸਿਆਣਪ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬੰਸ ਨੂੰ ਸੱਦਿਆ, ਧੰਨ ਗੁਰੂ ਅੰਗਦ ਸਾਹਿਬ ਦੀ ਬੰਸ ਨੂੰ ਸੱਦਿਆ। ਸਿਆਣੇ ਸਿਆਣੇ ਸਿੱਖ ਸੱਦ ਕੇ ਫਿਰ ਗੁਰਤਾ ਗੱਦੀ ਦਾ ਤਿਲਕ ਦਿੱਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ।